ਹੈਲੋ ਸਟੂਡੈਂਟਸ, ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ ਦੇ। ਅੱਜ ਆਪਾਂ ਡਾਟਾ ਸਟਰਕਚਰ ਦੀ ਜਿਹੜੀ ਕਲਾਸ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ। ਉਹਦੇ ਵਿੱਚ ਆਪਣਾ ਸਭ ਤੋਂ ਜਿਹੜਾ ਫਸਟ ਸੈਸ਼ਨ ਹੈ ਉਹਦੇ ਵਿੱਚ ਆਪਾਂ ਬੇਸਿਕਲੀ ਦੇਖਾਂਗੇ ਡਾਟਾ ਸਟਰਕਚਰ ਹੈ ਕੀ ਹੈ, ਇਹਦੀਆਂ ਕੀ ਟਾਈਪਸ ਨੇ, ਇਹਦੀ ਕੀ ਨੀਡ ਹੈ, ਠੀਕ ਹੈ ਜੀ, ਇਹਦੀਆਂ ਕੀ ਐਡਵਾਂਟੇਜਸ ਨੇ। ਹੁਣ ਡਾਟਾ ਸਟਰਕਚਰ ਜਿਵੇਂ ਤੁਸੀਂ ਨਾਮ ਤੋਂ ਆਪਾਂ ਨੂੰ ਕਲੀਅਰ ਹੋ ਰਿਹਾ ਕਿ ਡਾਟਾ ਸਟਰਕਚਰ ਕਰਨਾ ਹੈ, ਆਪਾਂ ਕਿਹਨੂੰ ਕਰਨਾ ਹੈ, ਡਾਟਾ ਨੂੰ। ਸਟਰਕਚਰ ਦਾ ਮਤਲਬ ਆਪਾਂ ਔਰਗਨਾਈਜ਼ ਕਰਨਾ, ਕਲੀਅਰ। ਜੋ ਵੀ ਆਪਣੇ ਕੋਲ ਡਾਟਾ ਆ ਰਿਹਾ ਹੈ, ਜੋ ਵੀ ਇਨਫੋਰਮੇਸ਼ਨ ਆਪਣੇ ਕੋਲ ਆ ਰਹੀ ਹੈ ਸਿਸਟਮ ਦੇ ਵਿੱਚ, ਆਪਾਂ ਉਹਨੂੰ ਔਰਗਨਾਈਜ਼ ਕਰਨਾ ਹੈ, ਉਹਨੂੰ ਐਫੀਸ਼ੀਐਂਟ ਵੇ ਦੇ ਨਾਲ ਸਟੋਰ ਕਰਨਾ ਤਾਂ ਕਿ ਬਾਅਦ ਵਿੱਚ ਆਪਾਂ ਉਹਨੂੰ ਰਿਟਰੀਵ ਵੀ ਐਫੀਸ਼ੀਐਂਟ ਵੇ ਦੇ ਵਿੱਚ ਕਰ ਸਕੀਏ, ਠੀਕ ਹੈ ਜੀ। ਐਫੀਸ਼ੀਐਂਟ ਵੇ ਦਾ ਕੀ ਮਤਲਬ ਹੈ ਕਿ ਜਿਹਦੇ ਨਾਲ ਜਿਹੜਾ ਸਿਸਟਮ 'ਤੇ ਜ਼ਿਆਦਾ ਲੋਡ ਨਾ ਪਵੇ, ਕਲੀਅਰ। ਅਗਰ ਆਪਾਂ ਕੁਛ ਡਾਟਾ ਸਰਚ ਕਰਨਾ ਹੈ ਤਾਂ ਸਿਰਫ ਇੱਕ ਰਿਕੁਆਇਰਡ ਪੋਰਸ਼ਨ ਹੀ ਸਰਚ ਕੀਤਾ ਜਾਵੇ। ਇੱਦਾਂ ਨਾ ਹੋਵੇ ਕਿ ਆਪਾਂ ਨੂੰ ਕੁਛ ਪੋਰਸ਼ਨ ਰਿਕੁਆਇਰਡ ਹੈ ਅਤੇ ਸਰਚਿੰਗ ਹੈ ਜਿਹੜੀ ਪੂਰੇ ਐਂਟਾਇਰ ਡਾਟਾ 'ਤੇ ਚੱਲ ਰਹੀ ਹੈ, ਜਿਹਦੇ ਨਾਲ ਟਾਈਮ ਕੰਜ਼ਿਊਮਿੰਗ ਹੋਏਗੀ, ਕਲੀਅਰ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਡਾਟਾ ਸਟਰਕਚਰ ਦਾ ਬੇਸਿਕ ਮਤਲਬ ਕੀ ਹੈ, ਪਰਪਜ਼ ਕੀ ਹੈ ਕਿ ਡਾਟਾ ਨੂੰ ਔਰਗਨਾਈਜ਼ ਕਰਨਾ ਐਫੀਸ਼ੀਐਂਟ ਵੇ ਦੇ ਵਿੱਚ ਤਾਂ ਕਿ ਆਪਾਂ ਉਹਨੂੰ ਐਫੀਸ਼ੀਐਂਟ ਦੇ ਵਿੱਚ ਵਾਪਸ ਰਿਟਰੀਵ ਵੀ ਕਰ ਸਕੀਏ, ਕਲੀਅਰ। ਹੁਣ ਅੱਜ ਦਾ ਜਿਹੜਾ ਟਾਈਮ ਹੈ ਇਨਫੋਰਮੇਸ਼ਨ ਦਾ ਟਾਈਮ ਹੈ, ਡਿਜੀਟਲ ਟਾਈਮ ਹੈ, ਠੀਕ ਹੈ। ਕਿੰਨੀ ਸਾਰੀ ਇਨਫੋਰਮੇਸ਼ਨ ਹੈ, ਕਿੰਨਾ ਸਾਰਾ ਡਾਟਾ ਹੈ ਜਿਹੜਾ ਅੱਜ ਕੱਲ੍ਹ ਆਪਣੇ ਕੋਲ ਆ ਰਿਹਾ ਹੈ, ਕਲੀਅਰ। ਹੁਣ ਕੋਈ ਡਾਟਾ ਕਿਸੇ ਟਾਈਪ ਦਾ ਹੈ, ਕੋਈ ਡਾਟਾ ਕਿਸੇ ਟਾਈਪ ਦਾ ਹੁੰਦਾ, ਕੋਈ ਇਮੇਜ ਟਾਈਪ ਡਾਟਾ ਹੈ, ਕੋਈ ਡਾਕੂਮੈਂਟ ਟਾਈਪ ਡਾਟਾ ਹੈ, ਠੀਕ ਹੈ, ਕੋਈ ਵੀਡੀਓ ਟਾਈਪ ਡਾਟਾ ਹੈ। ਅਤੇ ਉਹ ਡਾਟਾ ਨੂੰ ਕਿਵੇਂ ਔਰਗਨਾਈਜ਼ ਕਰਨਾ ਹੈ, ਉਹਨੂੰ ਆਪਾਂ ਐਕਚੁਅਲ ਹਾਰਡਵੇਅਰ ਦੇ ਉੱਪਰ ਕਿਵੇਂ ਸਟੋਰ ਕਰਨਾ ਹੈ, ਫਿਰ ਵਾਪਸ ਉਹਨੂੰ ਆਪਾਂ ਕਿਵੇਂ ਰਿਟਰੀਵ ਕਰਨਾ ਹੈ, ਫਿਰ ਉਹਦੇ ਉੱਪਰ ਜਿਹੜੇ ਓਪਰੇਸ਼ਨਸ ਨੇ, ਕੋਈ ਟਰਾਵਰਸਿੰਗ ਦਾ ਓਪਰੇਸ਼ਨ ਹੈ, ਕੋਈ ਇਨਸਰਸ਼ਨ ਦਾ, ਡਿਲੀਸ਼ਨ ਦਾ, ਅਪਡੇਸ਼ਨ ਦੇ ਓਪਰੇਸ਼ਨਸ ਨੇ, ਇਹ ਆਪਾਂ ਕਿਵੇਂ ਲਗਾਉਣੇ ਨੇ, ਕਿਵੇਂ ਪ੍ਰੋਸੈਸ ਕੀਤਾ ਜਾ ਸਕਦਾ ਹੈ, ਕਿਹੜੇ ਮੈਥਡਸ ਟੈਕਨੀਕਸ ਯੂਜ਼ਡ ਹੋਣਗੀਆਂ, ਠੀਕ ਹੈ। ਇਹ ਆਪਾਂ ਸਾਰਾ ਦੇਖਦੇ ਹਾਂ ਕਿਹਦੇ ਅੰਦਰ, ਡਾਟਾ ਸਟਰਕਚਰ ਦੇ ਅੰਦਰ, ਕਲੀਅਰ। ਹੁਣ ਇਹਦੇ ਵਿੱਚ ਐਗਜ਼ਾਮਪਲ ਵੀ ਦਿੱਤੀ ਹੈ, ਠੀਕ ਹੈ, ਕਿ ਐਗਜ਼ਾਮਪਲ ਕੀ ਹੈ ਕਿ ਵੀ ਕੈਨ ਸਟੋਰ ਅ ਲਿਸਟ ਆਫ ਆਈਟਮਸ ਹੈਵਿੰਗ ਸੇਮ ਡਾਟਾ ਟਾਈਪ ਯੂਜ਼ਿੰਗ ਦ ਐਰੇ ਡਾਟਾ ਸਟਰਕਚਰ, ਠੀਕ ਹੈ ਜੀ। ਕਿ ਐਰੇ ਤੁਸੀਂ ਪੜ੍ਹਿਆ ਹੈ, ਪ੍ਰੋਗਰਾਮਿੰਗ ਲੈਂਗੁਏਜਸ 'ਚ ਪੜ੍ਹਿਆ ਹੋਇਆ ਤੁਸੀਂ। ਐਰੇ ਕੀ ਹੈ, ਇੱਕ ਡਾਟਾ ਸਟਰਕਚਰ ਹੈ, ਠੀਕ ਹੈ, ਕਿ ਜਿਹਦੇ ਵਿੱਚ ਡਾਟਾ ਐਲੀਮੈਂਟਸ ਹੁੰਦੇ ਸੇਮ ਟਾਈਪ ਦੇ ਅਤੇ ਆਪਾਂ ਉਹਨੂੰ ਇੱਕ ਸਿਕੁਐਂਸ਼ੀਅਲ ਫੋਰਮ ਦੇ ਵਿੱਚ ਆਪਾਂ ਸਟੋਰ ਕਰ ਲੈਂਦੇ ਹਾਂ, ਕਲੀਅਰ। ਹੁਣ ਜੋ ਇਹ ਐਰੇ ਹੈ ਇਹ ਕੀ ਇੱਕ ਲੀਨੀਅਰ ਡਾਟਾ ਸਟਰਕਚਰ ਹੈ, ਠੀਕ ਹੈ। ਡਾਟਾ ਸਟਰਕਚਰ ਦੀਆਂ ਟਾਈਪਸ ਨੇ ਆਪਣੇ ਕੋਲ, ਲੀਨੀਅਰ, ਨੋਨ ਲੀਨੀਅਰ, ਠੀਕ ਹੈ। ਲੀਨੀਅਰ ਦੇ ਵਿੱਚ ਕੀ ਹੁੰਦਾ ਕਿ ਲੀਨੀਅਰ ਦੇ ਵਿੱਚ ਉਹ ਸਾਰੇ ਟਾਈਪਸ ਕਵਰ ਹੁੰਦੇ ਆ ਜਿਹੜੇ ਸਿਕੁਐਂਸ਼ਲੀ ਡਾਟਾ ਨੂੰ ਸਟੋਰ ਕਰਦਾ, ਇੱਕ ਸੀਕੁਐਂਸ ਦੇ ਵਿੱਚ ਡਾਟਾ ਨੂੰ ਸਟੋਰ ਕਰਦੇ ਆ, ਠੀਕ ਹੈ। ਜਿਹਦੇ ਵਿੱਚ ਹਰ ਇੱਕ ਡਾਟਾ ਐਲੀਮੈਂਟ ਦਾ ਇੱਕ ਪ੍ਰੈਡੀਸੈਸਰ ਹੁੰਦਾ, ਇੱਕ ਸਕਸੈਸਰ ਹੁੰਦਾ। ਮਤਲਬ ਇੱਕ ਪ੍ਰੀਵੀਅਸ ਨੋਡ ਹੋਏਗੀ, ਡਾਟਾ ਐਲੀਮੈਂਟ ਨੂੰ ਆਪਾਂ ਨੋਡ ਵੀ ਬੋਲਦੇ ਹਾਂ, ਇੱਕ ਪ੍ਰੀਵੀਅਸ ਨੋਡ ਹੋਏਗੀ, ਇੱਕ ਫਰਦਰ ਉਹਦੀ ਨੈਕਸਟ ਨੋਡ ਹੋਏਗੀ, ਠੀਕ ਹੈ। ਅਤੇ ਐਲੀਮੈਂਟਸ ਆਪਸ 'ਚ ਕਨੈਕਟਡ ਹੋਣਗੇ। ਹੁਣ ਐਰੇ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਕੰਟੀਨਿਊਸ ਮੈਮਰੀ ਲੋਕੇਸ਼ਨਸ ਅਲੋਕੇਟ ਹੁੰਦੀਆਂ ਨੇ ਡਾਟਾ ਐਲੀਮੈਂਟਸ ਨੂੰ, ਠੀਕ ਹੈ। ਅਗਰ ਆਪਾਂ ਨੂੰ ਫਸਟ ਐਲੀਮੈਂਟ ਦਾ ਐਡਰੈਸ ਪਤਾ ਹੁੰਦਾ ਹੈ, ਅਗਰ ਆਪਾਂ ਨੂੰ ਬੇਸ ਐਡਰੈਸ ਪਤਾ ਤਾਂ ਆਪਾਂ ਮੈਥਮੈਟੀਕਲ ਓਪਰੇਸ਼ਨਸ ਜਿਵੇਂ ਇੰਕਰੀਮੈਂਟ ਓਪਰੇਸ਼ਨ ਹੈ ਉਹ ਆਪਾਂ ਲਗਾ ਕੇ ਨੈਕਸਟ ਜਿਹੜਾ ਡਾਟਾ ਐਲੀਮੈਂਟ ਹੈ ਉਹਦੇ ਉੱਪਰ ਜੰਪ ਕਰ ਸਕਦੇ ਹਾਂ, ਠੀਕ ਹੈ। ਇਸੇ ਤਰ੍ਹਾਂ ਡਿਕਰੀਮੈਂਟ ਕਰਕੇ ਆਪਾਂ ਵਾਪਸ ਜਿਹੜਾ ਪ੍ਰੀਵੀਅਸ ਡਾਟਾ ਐਲੀਮੈਂਟ ਹੈ, ਪ੍ਰੀਵੀਅਸ ਨੋਡ ਹੈ, ਉਹਦੇ ਉੱਪਰ ਆਪਾਂ ਜੰਪ ਕਰ ਸਕਦੇ ਹਾਂ, ਕਲੀਅਰ। ਲੀਨੀਅਰ ਡਾਟਾ ਸਟਰਕਚਰ ਕਿਹੜੇ ਹੁੰਦੇ ਆ ਕਿ ਜਿਹਦੇ ਵਿੱਚ ਐਲੀਮੈਂਟਸ ਨੇ, ਜਿਹੜੇ ਡਾਟਾ ਐਲੀਮੈਂਟਸ ਨੇ ਉਹ ਕੀ ਕਰਦੇ, ਇੱਕ ਸੀਕੁਐਂਸ ਫੋਰਮ ਕਰਦੇ ਆ, ਲੀਨੀਅਰ ਮੈਨਰ ਦੇ ਵਿੱਚ ਸਟੋਰ ਹੁੰਦੇ ਆ, ਕਲੀਅਰ। ਹੁਣ ਇਹਦੀਆਂ ਐਗਜ਼ਾਮਪਲਸ ਆਪਣੇ ਕੋਲ ਹੈਗੀਆਂ ਨੇ, ਐਰੇ ਆ, ਲਿੰਕਡ ਲਿਸਟ ਹੈ, ਸਟੈਕ, ਕਿਊ। ਇਹ ਆਪਾਂ ਫਰਦਰ ਲੈਕਚਰਸ ਦੇ ਵਿੱਚ ਫੁੱਲ ਡਿਟੇਲ ਦੇ ਵਿੱਚ ਆਪਾਂ ਇਹਨਾਂ ਨੂੰ ਪੜ੍ਹਨਾ ਹੈ, ਕਲੀਅਰ। ਉਸ ਤੋਂ ਬਾਅਦ ਸੈਕਿੰਡ ਜਿਹੜੀ ਟਾਈਪ ਹੈ ਉਹ ਕੀ ਹੈ, ਨੋਨ ਲੀਨੀਅਰ। ਹੁਣ ਨੋਨ ਲੀਨੀਅਰ ਦੇ ਵਿੱਚ ਕੀ ਹੁੰਦਾ ਕਿ ਡਾਟਾ ਜਿਹੜਾ ਹੈ ਨੋਨ ਲੀਨੀਅਰ ਮੈਨਰ ਦੇ ਵਿੱਚ ਸਟੋਰ ਹੁੰਦਾ, ਮਤਲਬ ਇਹਦੇ ਵਿੱਚ ਕੋਈ ਸੀਕੁਐਂਸ ਫੋਰਮ ਨਹੀਂ ਕਰਦਾ, ਕਲੀਅਰ। ਜਿਵੇਂ ਹੈਰਾਰੀਕਲ ਫੋਰਮ ਦੇ ਵਿੱਚ ਸਟੋਰ ਹੋ ਸਕਦਾ, ਠੀਕ ਹੈ। ਅਤੇ ਇਹਦੀਆਂ ਐਗਜ਼ਾਮਪਲ ਹੈਗੀਆਂ ਨੇ ਗ੍ਰਾਫ ਐਂਡ ਟਰੀ, ਗ੍ਰਾਫ ਡਾਟਾ ਸਟਰਕਚਰ ਅਤੇ ਟਰੀ ਡਾਟਾ ਸਟਰਕਚਰ। ਉਸ ਤੋਂ ਬਾਅਦ ਨੈਕਸਟ ਡਾਟਾ ਸਟਰਕਚਰ ਬਾਰੇ ਥੋੜ੍ਹੀ ਇਨਫੋਰਮੇਸ਼ਨ ਹੈ ਕਿ ਗਰੁੱਪ ਆਫ ਡਾਟਾ ਐਲੀਮੈਂਟਸ ਆਪਾਂ ਇਹਨੂੰ ਡਿਫਾਈਨ ਕਰਦੇ ਹਾਂ ਐਜ਼ ਵਿਚ ਪ੍ਰੋਵਾਈਡਸ ਐਨ ਐਫੀਸ਼ੀਐਂਟ ਵੇ
of storing organizing data in a computer so that it can be used efficiently। क्लियर है, कुछ एग्जांपल्स दित्तियां ने सेम वही ने। नैक्सट की लिखा है कि वाइडली यूजड किहदे विच है, कंप्यूटर साइंस दे विच, ऑपरेटिंग सिस्टम दे विच, ठीक है। जिवें क्यूज़ ने, क्यूज़ यूज़ होंदियां ने ऑपरेटिंग सिस्टम 'च, तुसीं पढ़ियां भी होणियां क्यूज़, ठीक है। प्रायोरिटी क्यू है पढ़ी होनी है तुसीं, क्लियर। कंपाइलर डिज़ाइन दे अंदर, आर्टिफिशियल इंटैलीजेंस दे अंदर, ठीक है। ग्राफिक्स एंड मैनी मोर, क्लियर। हुण इहदे नाल की बैनीफिट्स मिलते हैं कि परफॉर्मेंस है जिहड़ी सॉफ्टवेयर एप्लीकेशन दी, प्रोग्राम दी, वो इनहांस होंदी है, ठीक है। क्योंकि अकॉर्डिंग टू द एप्लीकेशन, अकॉर्डिंग टू द रिक्वायरमेंट आपां एक डाटा स्ट्रक्चर सिलैक्ट किया होएगा, वो आपां यूज़ किया होएगा किसी एप्लीकेशन दे विच, तां कि उहदी जिहड़ी परफॉर्मेंस है वो इनहांस हो सके, डाटा स्टोर जिहड़ा एफिशिएंट हो सके। अगर आपां रिट्रीव करना है तो वो भी घੱਟ तो घੱਟ टाइम दे विच अपने कोल रिट्रीव हो जाए, ठीक है जी। हुण कई तरह की सर्चिंग टैक्नीक्स आपां यूज़ करते हैं, ठीक है। डाटा नूं फैच करन लई, जिवें इहदे विच इस सबजैक्ट विच आपां पढ़ांगे भी कुछ सर्चिंग टैक्नीक्स, ठीक है जी। जिवें लीनियर सर्च है, बाइनरी सर्च है, कुछ अपने कोल सॉर्टिंग टैक्नीक्स ने, मर्ज सॉर्ट है, ठीक है जी, क्विक सॉर्ट है, होर भी सॉर्टिंग टैक्नीक्स हैगियां ने अपने कोल। हुण अगर कोई डाटा है, आपां अगर उन्होंने सॉर्ट करना है, ठीक है, फिर उत्थे आपां नूं पहला स्टोर भी करना पएगा, फिर ही आपां नूं सॉर्टिंग करांगे उहदी, ठीक है जी। हुण स्टोर किवें करना है, ऑर्गेनाइज किवें करना है, उत्थे आपां कोई ना कोई डाटा स्ट्रक्चर यूज़ करांगे। डिफरेंट सॉर्टिंग टैक्नीक्स डिफरेंट डाटा स्ट्रक्चर यूज़ करदियां ने, कोई स्टैक करदी है यूज़, कोई लिंक्ड लिस्ट करदी, कोई एरे करदी है, ठीक है। उस तो बाद नैक्सट अपने कोल इहदे विच बेसिक टर्मीनोलॉजी है। हुण नैक्सट बेसिक टर्मीनोलॉजी है, ठीक है। डाटा स्ट्रक्चर्स के जिहड़े बिल्डिंग ब्लॉक्स ने, कोई भी प्रोग्राम है, कोई भी सॉफ्टवेयर है, ठीक है जी, वो किहड़े ने। फस्ट जिवें अपने कोल है डाटा। हुण डाटा की है, डाटा कलैक्शन ऑफ वैल्यूज़ जां एलीमेंटरी वैल्यू है, सिंगल वैल्यू कोई जां कलैक्शन ऑफ वैल्यूज़ है, ठीक है। एग्जाम्पल ये जिवें स्टूडेंट है, स्टूडेंट का डाटा, ठीक है जी, स्टूडेंट का नेम है, ID है, क्लासरूम है, यह सारा की अपने कोल डाटा आ रहा है, क्लीयर। उस बाद नैक्सट जिहड़े ग्रुप आइटम्स ने, ग्रुप आइटम्स मतलब डाटा एलीमेंट्स, डाटा आइटम्स विच हैव सबॉर्डिनेट डाटा, ठीक है, जिन्हों आपां फरदर डीकंपोज कर सकते हैं, ठीक है। जिवें नेम है, नेम दे विच आपां फस्ट नेम आ रहा अपने कोल, लास्ट नेम आ रहा है। एड्रैस है, एड्रैस भी फरदर आपां डीकंपोज कर सकते हैं, उन्होंने हाउस नंबर है, स्ट्रीट नेम है, स्ट्रीट नंबर है, ठीक है जी, पिन कोड है, लोकैलिटी है, इस तरह आपां उन्होंने भी डीकंपोज कर सकते हैं। उस तो बाद रिकॉर्ड। हुण रिकॉर्ड की है, कलैक्शन ऑफ वेरीअस डाटा एलीमेंट्स, ठीक है। अगर तुहाडे कोल कोई स्टूडेंट का रिकॉर्ड है, ठीक है, स्टूडेंट्स का तुहाडे कोल डाटा है, हुण उहदे विच 10 स्टूडेंट्स ने, 10 स्टूडेंट के नेम है, क्लास है, ID है, रोल नंबर है, ठीक है। वो फिर यह की है अपने कोल नंबर ऑफ रिकॉर्ड्स ने, हर एक रो की रिप्रजेंट कर रही है, एक रिकॉर्ड रिप्रजेंट कर रही है, ठीक है जी। फस्ट स्टूडेंट, सैकेंड स्टूडेंट, थर्ड स्टूडेंट। उस तो बाद हुण रिकॉर्ड की है, कलैक्शन ऑफ डाटा, ठीक है, इहदे नाल की बनना है रिकॉर्ड, तो कलैक्शन ऑफ रिकॉर्ड्स जो होएगा वो की बनेगी अपने कोल फाइल। 60 स्टूडेंट्स का रिकॉर्ड है, 20 स्टूडेंट्स का रिकॉर्ड है, यह की बनेगी अपने कोल फाइल। उस बाद नैक्सट अपने कोल एट्रीब्यूट एंड एंटिटी। हुण एट्रीब्यूट की है, एंटिटी की है। एंटिटी एक रिप्रजेंट करती क्लास ऑफ सर्टन ऑब्जेक्ट्स, ठीक है। एंटिटी कोई भी थिंग जिहदे बारे आपां कोई इन्फॉर्मेशन मिल रही है, ठीक है। जिवें स्टूडेंट एक एंटिटी है, हुण स्टूडेंट बारे आपां इन्फॉर्मेशन मिल रही है, डाटा मिल रहा है, जो भी इन्फॉर्मेशन आपां मिलेगी उहदे बारे वो की होएगा, उहदा एट्रीब्यूट, ठीक है जी। हुण स्टूडेंट बारे की इन्फॉर्मेशन मिल रही है आपां, स्टूडेंट का नेम की है, उहदा रोल नंबर की है, क्लास की, एड्रैस की है। इस तरह ही कोई इंपलॉय है, ठीक है, इंपलॉय की इन्फॉर्मेशन मिलेगी आपां, इंपलॉय की ID है, इंपलॉय का नेम है,
ਉਹਦਾ ਡਿਪਾਰਟਮੈਂਟ ਹੈ, ਡਿਪਾਰਟਮੈਂਟ ਕੋਡ ਹੈ, ਠੀਕ ਹੈ ਜੀ। ਹੁਣ ਐਟਰੀਬਿਊਟਸ ਕੀ ਹੈ, ਡਾਟਾ ਜੋ ਆਪਾਂ ਨੂੰ ਐਂਟੀਟੀ ਬਾਰੇ ਮਿਲ ਰਿਹਾ, ਠੀਕ ਹੈ। ਐਂਟੀਟੀ ਕੀ ਇੱਕ ਓਬਜੈਕਟ ਹੈ, ਇੱਕ ਥਿੰਗ ਹੈ ਕਿ ਜਿਹਦੇ ਬਾਰੇ ਆਪਾਂ ਨੂੰ ਡਾਟਾ ਮਿਲ ਰਿਹਾ, ਕੁਛ ਇਨਫੋਰਮੇਸ਼ਨ ਮਿਲ ਰਹੀ ਹੈ, ਕੁਛ ਐਟਰੀਬਿਊਟਸ ਮਿਲ ਰਹੇ ਨੇ, ਠੀਕ ਹੈ ਜੀ। ਐਟਰੀਬਿਊਟਸ ਨੂੰ ਪ੍ਰੋਪਰਟੀ ਵੀ ਬੋਲਦੇ ਆ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਫੀਲਡ। ਫੀਲਡ ਕੀ ਹੈ, ਸਿੰਗਲ ਯੂਨਿਟ, ਸਿੰਗਲ ਐਲੀਮੈਂਟਰੀ ਯੂਨਿਟ, ਸਿੰਗਲ ਯੂਨਿਟ ਹੈ। ਜਿਵੇਂ ਅਗਰ ਆਪਣੇ ਕੋਲ ਸਟੂਡੈਂਟ ਦਾ ਡਾਟਾ ਹੈ, ਉਹਦੇ ਵਿੱਚ ਆਪਣੇ ਕੋਲ ਰੋ ਕਾਲਮ ਦੀ ਫੋਰਮ 'ਚ ਡਾਟਾ ਸਟੋਰ ਹੈ, ਠੀਕ ਹੈ ਜੀ। ਹੁਣ ਨੰਬਰ ਆਫ ਕਾਲਮਸ ਨੇ ਉਹਦੇ ਵਿੱਚ, ਜਿਵੇਂ ਨੇਮ, ID, ਰੋਲ ਨੰਬਰ, ਠੀਕ ਹੈ, ਐਡਰੈਸ। ਹੁਣ ਇਹ ਸਾਰੇ ਅਲੱਗ-ਅਲੱਗ ਕਾਲਮਸ ਨੇ ਜਿਹੜੇ, ਇਹ ਕੀ ਨੇ, ਫੀਲਡ। ਨੇਮ ਇੱਕ ਫੀਲਡ ਹੈ, ਕਲਾਸ ਇੱਕ ਫੀਲਡ ਹੈ, ID ਇੱਕ ਫੀਲਡ ਹੈ, ਰੋਲ ਨੰਬਰ ਇੱਕ ਫੀਲਡ ਹੈ, ਠੀਕ ਹੈ ਜੀ। ਹੋ ਗਿਆ ਇੰਨਾ ਕਲੀਅਰ। ਹੁਣ ਨੈਕਸਟ ਆਪਣੇ ਕੋਲ ਪੁਆਇੰਟ ਹੈ ਕਿ ਡਾਟਾ ਸਟਰਕਚਰ ਦੀ ਨੀਡ ਕਿਉਂ ਹੈ। ਡਾਟਾ ਸਟਰਕਚਰ ਦੀ ਨੀਡ ਕਿਉਂ ਆ। ਹੁਣ ਜਦੋਂ ਆਪਾਂ ਕਲਾਸ ਸ਼ੁਰੂ ਕੀਤੀ ਹੈ, ਮੈਂ ਉਦੋਂ ਹੀ ਤੁਹਾਨੂੰ ਦੱਸਿਆ ਸੀਗਾ, ਡਾਟਾ ਸਟਰਕਚਰ ਨੇਮ ਤੋਂ ਕਲੀਅਰ ਹੁੰਦਾ ਕਿ ਡਾਟਾ ਨੂੰ ਸਟਰਕਚਰ ਕਰਨਾ, ਔਰਗਨਾਈਜ਼ ਕਰਨਾ ਐਫੀਸ਼ੀਐਂਟ ਵੇ ਦੇ ਵਿੱਚ, ਤਾਂ ਕਿ ਉਹਨੂੰ ਆਪਾਂ ਈਜ਼ੀਲੀ ਸਟੋਰ ਕਰ ਸਕੀਏ ਅਤੇ ਈਜ਼ੀਲੀ ਰਿਟਰੀਵ ਕਰ ਸਕੀਏ, ਠੀਕ ਹੈ। ਹੁਣ ਫਸਟ ਜਿਵੇਂ ਐ ਵੀ ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਆਪਣੇ ਕੋਲ ਡਾਟਾ ਆ ਰਿਹਾ ਜਾਂ ਐਪਲੀਕੇਸ਼ਨਸ ਆ ਰਹੀਆਂ ਨੇ, ਉਹ ਕੀ ਨੇ, ਕੰਪਲੈਕਸਡ ਨੇ, ਕਿਉਂਕਿ ਡਾਟਾ ਆਪਣੇ ਕੋਲ ਜ਼ਿਆਦਾ ਅਮਾਊਂਟ 'ਚ ਹੈ ਅਤੇ ਡਾਟਾ ਇਨਕਰੀਜ਼ ਕਰ ਰਿਹਾ ਡੇ ਬਾਏ ਡੇ, ਠੀਕ ਹੈ। ਅਤੇ ਇਹ ਪ੍ਰੋਬਲਮਸ ਜਿਹੜੀਆਂ ਕੁਛ ਦਿੱਤੀਆਂ ਨੇ, ਇਹ ਅਰਾਈਜ਼ ਹੋ ਸਕਦੀਆਂ ਨੇ ਕਿਸੇ ਵੀ ਐਪਲੀਕੇਸ਼ਨ ਦੇ ਵਿੱਚ, ਜਿਹੜੇ ਵੀ ਇਹ ਸਿਸਟਮ 'ਤੇ ਚੱਲ ਰਹੀ ਹੈ। ਫਸਟ, ਪ੍ਰੋਸੈਸਰ ਸਪੀਡ, ਠੀਕ ਹੈ ਜੀ। ਹੁਣ ਕਾਫੀ ਲਾਰਜ ਅਮਾਊਂਟ ਦੇ ਵਿੱਚ ਜਿਹੜਾ ਡਾਟਾ ਆ ਰਿਹਾ ਹੈ, ਅਤੇ ਓਬਵੀਅਸਲੀ ਉੱਥੇ ਆਪਾਂ ਨੂੰ ਹਾਰਡਵੇਅਰ ਵੀ ਇਸ ਤਰ੍ਹਾਂ ਦਾ ਚਾਹੀਦਾ ਕਿ ਜਿਹੜਾ ਉਸ ਡਾਟਾ ਨੂੰ ਹੈਂਡਲ ਕਰ ਸਕੇ। ਪ੍ਰੋਸੈਸਰ ਦੀ ਸਪੀਡ ਵੀ ਫਾਸਟ ਚਾਹੀਦੀ ਹੈ, ਠੀਕ ਹੈ। ਬਟ ਡਾਟਾ ਜਿਹੜਾ ਗਰੋਇੰਗ ਕਰ ਰਿਹਾ ਡੇ ਬਾਏ ਡੇ ਟੂ ਦਾ ਬਿਲੀਅਨਸ ਆਫ ਫਾਈਲਸ ਪਰ ਐਂਟੀਟੀ, ਠੀਕ ਹੈ ਜੀ। ਪਰ ਐਂਟੀਟੀ ਮਤਲਬ ਕਿਸੇ ਇੱਕ ਓਬਜੈਕਟ ਦੀਆਂ ਨੰਬਰ ਆਫ ਫਾਈਲਸ, ਕਾਫੀ ਲਾਰਜ ਅਮਾਊਂਟ ਵਿੱਚ ਡਾਟਾ ਆਪਣੇ ਕੋਲ ਆ ਰਿਹਾ ਹੈ, ਅਤੇ ਪ੍ਰੋਸੈਸਰ ਮੇ ਫੇਲ ਟੂ ਡੀਲ ਵਿਦ ਦੈਟ ਮਚ ਅਮਾਊਂਟ ਆਫ ਡਾਟਾ, ਠੀਕ ਹੈ ਜੀ। ਤਾਂ ਉੱਥੇ ਇੱਕ ਇਸ ਤਰ੍ਹਾਂ ਦਾ ਵੇ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਜਿਹੜਾ ਡਾਟਾ ਸਟਰਕਚਰ ਯੂਜ਼ ਹੋਇਆ ਹੋਣਾ ਚਾਹੀਦਾ ਕਿ ਜਿਹੜਾ ਅਨਸਟਰਕਚਰਡ ਡਾਟਾ ਹੈ, ਜਿਹੜਾ ਉਹਨੂੰ ਆਪਾਂ ਪ੍ਰੋਪਰ ਫੋਰਮੈਟ ਦੇ ਵਿੱਚ ਸਟਰਕਚਰ ਕਰਕੇ ਔਰਗਨਾਈਜ਼ ਕਰ ਲਈਏ, ਉਹਨੂੰ ਸਟੋਰ ਕਰ ਲਈਏ, ਕਲੀਅਰ। ਸੈਕਿੰਡ ਪੁਆਇੰਟ ਕੀ ਹੈ, ਡਾਟਾ ਸਰਚ। ਇਹ ਵੀ ਪੁਆਇੰਟ ਮੈਂ ਪਹਿਲਾਂ ਹੀ ਤੁਹਾਡੇ ਨਾਲ ਡਿਸਕਸ ਕਰ ਚੁੱਕਾ ਸੀ ਕਿ ਅਗਰ ਆਪਣੇ ਕੋਲ, ਜਿਵੇਂ ਇੱਥੇ ਐਗਜ਼ਾਮਪਲ ਹੈ ਕਿ 106 ਆਈਟਮਸ ਨੇ ਜਿਹੜੀਆਂ ਸਟੋਰ ਹੋਈਆਂ, ਠੀਕ ਹੈ, ਅਤੇ ਆਪਾਂ ਨੂੰ ਕੁਛ ਲੋੜ ਪੈਂਦੀ ਹੈ ਕੁਛ ਸਰਚ ਕਰਨ ਦੀ, ਅਤੇ ਇੱਦਾਂ ਦਾ ਮੈਕੈਨਿਜ਼ਮ ਉੱਥੇ ਯੂਜ਼ ਹੋਇਆ ਚਾਹੀਦਾ ਕਿ ਡਾਟਾ ਇਸ ਤਰ੍ਹਾਂ ਕੈਟਾਗਰਾਈਜ਼ ਹੋਇਆ ਹੋਣਾ ਚਾਹੀਦਾ ਕਿ ਸਰਚਿੰਗ ਜਿਹੜੀ ਹੈ ਉਹ ਕੁਛ ਪੋਰਸ਼ਨ 'ਤੇ ਹੀ ਚੱਲੇ ਜਿੱਥੇ ਰਿਕੁਆਇਰਡ ਹੈ, ਨਾ ਕਿ ਪੂਰੇ ਐਂਟਾਇਰ ਡਾਟਾ ਬੇਸ ਦੇ ਉੱਪਰ ਚੱਲੇ, ਕਲੀਅਰ। ਅਗਰ ਕੁਛ ਪੋਰਸ਼ਨ ਦੇ ਉੱਪਰ ਚੱਲੇਗੀ ਤਾਂ ਇਹਦੇ ਨਾਲ ਟਾਈਮ ਕੰਜ਼ਿਊਮਿੰਗ ਹੈ ਉਹ ਘੱਟ ਹੋਏਗੀ, ਠੀਕ ਹੈ। ਸਿਸਟਮ 'ਤੇ ਜਿਹੜਾ ਲੋਡ ਪਏਗਾ ਉਹ ਵੀ ਘੱਟ ਪਏਗਾ, ਠੀਕ ਹੈ, ਅਤੇ ਰਿਜ਼ਲਟ ਜਿਹੜਾ ਆਪਾਂ ਨੂੰ ਜਲਦੀ ਜਿਹੜਾ ਮਿਲ ਜਾਏਗਾ, ਕਲੀਅਰ ਹੈ। ਉਸ ਤੋਂ ਬਾਅਦ ਨੈਕਸਟ ਕੀ ਹੈ, ਮਲਟੀਪਲ ਰਿਕੁਐਸਟਸ। ਹੁਣ ਇੱਥੇ ਕੀ ਹੈ ਕਿ ਥਾਊਜ਼ੈਂਡਸ ਆਫ ਯੂਜ਼ਰਸ ਆਰ ਸਰਚਿੰਗ ਦਾ ਡਾਟਾ ਸਾਈਮultaneously on a web server, then there are the chances that a very large server can be failed during that process, clear। ਹੁਣ ਇਸ ਕੇਸ ਦੇ ਵਿੱਚ ਇਸ ਤਰ੍ਹਾਂ ਦਾ ਡਾਟਾ ਸਟਰਕਚਰ ਆਪਣੇ ਕੋਲ ਹੋਣਾ ਚਾਹੀਦਾ ਕਿ ਜਿਹੜਾ ਜਿੰਨੀਆਂ ਵੀ ਰਿਕੁਐਸਟ ਆ ਰਹੀਆਂ ਨੇ ਸਰਵਰ ਦੇ ਉੱਪਰ, ਉਹਨਾਂ ਨੂੰ ਈਜ਼ੀਲੀ ਹੋਲਡ ਕੀਤਾ ਜਾ ਸਕੇ ਜਾਂ ਪ੍ਰੋਸੈਸ ਕੀਤਾ ਜਾ ਸਕੇ ਐਫੀਸ਼ੀਐਂਟ ਵੇ ਦੇ ਵਿੱਚ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਕਨਫਲਿਕਟ ਨਾ ਆਵੇ, ਸਿਸਟਮ ਡਾਊਨ ਨਾ ਹੋਵੇ, ਠੀਕ ਹੈ, ਸਿਸਟਮ ਜਿਹੜਾ ਹੈ ਉਹਨੂੰ ਈਜ਼ੀਲੀ ਪ੍ਰੋਸੈਸ ਕਰ ਸਕੇ। ਹਾਂਜੀ, ਇਹ ਨੈਕਸਟ ਪੁਆਇੰਟ ਜਿਹੜੇ ਆਪਣੇ ਕੋਲ ਹੈ ਇਹ ਹੈਗੇ ਆ ਐਡਵਾਂਟੇਜਸ, ਠੀਕ ਹੈ। ਐਡਵਾਂਟੇਜਸ ਦੇ ਵਿੱਚ ਫਸਟ ਪੁਆਇੰਟ ਆਪਣੇ ਕੋਲ ਹੈ ਰੀਯੂਜ਼ੇਬਿਲਟੀ, ਕਿ ਕੋਈ ਵੀ ਜਿਹੜਾ ਡਾਟਾ ਸਟਰਕਚਰ ਉਹਨੂੰ ਆਪਾਂ ਦੁਬਾਰਾ ਰੀਯੂਜ਼ ਕਰ ਸਕਦੇ ਹਾਂ, ਕਲੀਅਰ। ਜਿਵੇਂ ਹੁਣ ਐਰੇ ਆਪਾਂ ਸਰਚਿੰਗ ਵਿੱਚ ਵੀ ਯੂਜ਼ ਕਰ ਰਹੇ ਹਾਂ, ਸੌਰਟਿੰਗ ਵਿੱਚ ਵੀ ਯੂਜ਼ ਕਰ ਰਹੇ ਹਾਂ, ਠੀਕ ਹੈ। ਅਗਰ ਆਪਾਂ
वैसे डाटा स्टोर करना है उत्थे भी आप यूज़ कर रहे हैं, किते भी रिक्वायर्ड है, ठीक है, मतलब उन्होंने रीयूज़ आप किया जा सकता है, रीयूज़ कर रहे हैं। क्लियर? डाटा स्ट्रक्चर आर रीयूजेबल वंस वी हैव implemented a particular data structure we can use it any other place. Implementation of data structure can be compiled into libraries which can be used by different clients, different users, ठीक है, client मतलब ਜਿਹੜੇ यूज़ कर रहे हैं ਉਹਨੂੰ। ਲਾਇਬ੍ਰੇਰੀ ਫਾਈਲਸ ਦੇ ਵਿੱਚ ਆਪਾਂ ਉਹਨੂੰ ਡਿਫਾਈਨ ਕਰਾਂਗੇ, ਫਿਰ ਉਹ ਲਾਇਬ੍ਰੇਰੀ ਫਾਈਲਸ ਨੂੰ ਯੂਜ਼ ਕਰਕੇ ਜਿਹੜੇ ਆ ਯੂਜ਼ਰ ਆ ਉਹਨਾਂ ਨੂੰ ਯੂਜ਼ ਕਰ ਸਕਦੇ ਆ। ਨੈਕਸਟ ਜਿਹੜੀ ਐਡਵਾਂਟੇਜ ਐਬਸਟਰੈਕਸ਼ਨ, ਐਬਸਟਰੈਕਸ਼ਨ ਦਾ ਮਤਲਬ ਬੇਸਿਕਲੀ ਕੀ ਹੁੰਦਾ ਕਿ ਇੰਟਰਨਲ ਜੋ ਇੰਪਲੀਮੈਂਟੇਸ਼ਨ ਹੈ, ਠੀਕ ਹੈ, ਜਿਹੜਾ ਯੂਜ਼ਰ ਹੈ ਉਹ ਉਹਦੇ ਤੋਂ ਅਨਅਵੇਅਰ ਹੁੰਦਾ, ਠੀਕ ਹੈ। ਐਗਜ਼ਾਮਪਲ ਲਈ ਜਿਵੇਂ ATM ਮਸ਼ੀਨ ਹੈ, ਠੀਕ ਹੈ, ਨੋਰਮਲ ਇੱਕ ਯੂਜ਼ਰ ਹੈ ਜਿਹੜਾ ਉਹ ਕੀ ਕਰੇਗਾ, ਆਪਣਾ ਕਾਰਡ ਸਵਾਈਪ ਕਰੇਗਾ, ਕਲੀਅਰ, ਫਿਰ ਉਹਦੇ ਉੱਪਰ ਮੈਨਿਊ ਜਿਹੜਾ ਹੈ ਉਹ ਆਈ ਜਾਣਾ ਹੈ, ਆਪਸ਼ਨਸ ਉੱਪਰ ਡਿਸਪਲੇ ਹੋਈ ਜਾਣੀਆਂ ਨੇ, ਸਟੈਪ ਬਾਏ ਸਟੈਪ ਗਾਈਡ ਹੈ ਜਿਹੜਾ ਹੈ ਨਾ ਉਹ ਚੱਲੀ ਜਾਣਾ ਕਿ ਲੈਂਗੁਏਜ ਸਿਲੈਕਟ ਕਰਨੀ ਹੈ, ਅਮਾਊਂਟ ਸਿਲੈਕਟ ਕਰੋ, ਆਪਣਾ ਪਿਨ ਐਂਟਰ ਕਰੋ, ਠੀਕ ਹੈ। ਹੁਣ ਨੋਰਮਲ ਯੂਜ਼ਰ ਨੂੰ ਨਹੀਂ ਪਤਾ ਕਿ ਇੰਟਰਨਲੀ ਸਭ ਕੁਛ ਕਿਵੇਂ ਇੰਪਲੀਮੈਂਟ ਹੋ ਰਿਹਾ, ਡਾਟਾ ਕਿਵੇਂ ਸਟੋਰ ਹੋ ਰਿਹਾ, ਡਾਟਾ ਫੈਚ ਕਿਵੇਂ ਹੋ ਰਿਹਾ, ਠੀਕ ਹੈ, ਐਕਚੁਅਲ 'ਚ ਡਾਟਾ ਸਟੋਰ ਹੈ ਕਿੱਥੇ, ਕਲੀਅਰ। ਮਤਲਬ ਇੰਟਰਨਲ ਜਿਹੜੀ ਇੰਪਲੀਮੈਂਟੇਸ਼ਨ ਹੈ ਯੂਜ਼ਰ ਉਹਦੇ ਤੋਂ ਅਨਅਵੇਅਰ ਹੈ, ਉਹ ਸਿੰਪਲੀ ਉਹਨੂੰ ਯੂਜ਼ ਕਰ ਰਿਹਾ, ਇੰਟਰਫੇਸ ਉਹਨੂੰ ਪ੍ਰੋਵਾਈਡ ਹੈ, ਸਿੰਪਲੀ ਯੂਜ਼ ਕਰ ਰਿਹਾ, ਬਟ ਜੋ ਇੰਟਰਨਲ ਹਾਰਡਵੇਅਰ ਲੈਵਲ ਦੇ ਉੱਪਰ ਡਾਟਾ ਸਟਰਕਚਰ ਹੈ ਜਿਹੜਾ ਉਹ ਕਿੱਦਾਂ ਡਾਟਾ ਸਟੋਰ ਕਰ ਰਿਹਾ, ਕਿਹੜਾ ਡਾਟਾ ਸਟਰਕਚਰ ਯੂਜ਼ ਹੋਇਆ, ਕਿਵੇਂ ਡਾਟਾ ਰਿਟਰੀਵ ਹੋਇਆ, ਕਿਹੜੇ ਮੈਥਡਸ ਯੂਜ਼ ਹੋ ਰਹੇ ਨੇ, ਠੀਕ ਹੈ, ਕਿਹੜਾ ਮਾਡਲ ਯੂਜ਼ ਹੋ ਰਿਹਾ, ਇਹਨਾਂ ਸਭ ਗੱਲਾਂ ਤੋਂ ਜਿਹੜਾ ਯੂਜ਼ਰ ਉਹ ਅਨਅਵੇਅਰ ਹੈ। ਮਤਲਬ ਇੱਦਾਂ ਆਪਾਂ ਨੂੰ ਕੀ ਹੈ, ਇੱਕ ਐਬਸਟਰੈਕਸ਼ਨ ਮਿਲ ਰਹੀ ਹੈ। ਹੁਣ ਇਹ ਆਪਣੇ ਕੋਲ ਟਾਈਪਸ ਨੇ ਲੀਨੀਅਰ ਡਾਟਾ ਸਟਰਕਚਰ ਦੀਆਂ, ਐਰੇ ਤੁਸੀਂ ਪਹਿਲਾਂ ਵੀ ਪੜ੍ਹਿਆ, ਐਰੇ ਡਾਟਾ ਸਟਰਕਚਰ ਹੈ, ਡਾਟਾ ਟਾਈਪ ਹੈ, ਇਹਦੇ ਵਿੱਚ ਕੀ ਹੁੰਦਾ, ਸਿਕੁਐਂਸ਼ਲੀ ਡਾਟਾ ਸਟੋਰ ਹੁੰਦਾ, ਕੰਟੀਨਿਊਸ ਮੈਮਰੀ ਲੋਕੇਸ਼ਨਸ ਮਿਲਦੀਆਂ ਨੇ, ਠੀਕ ਹੈ ਜੀ। ਅਤੇ ਇਹ ਕੁਛ ਵੈਲਿਡ ਡਾਟਾ ਟਾਈਪਸ ਨੇ ਜਿਵੇਂ ਕੈਰ, ਇੰਟ, ਫਲੋਟ, ਡਬਲ ਡਾਟਾ ਟਾਈਪਸ ਨੇ ਜਿਹੜੇ ਜਿਹਦੇ ਟਾਈਪ ਦੇ ਆਪਾਂ ਐਰੇ ਕ੍ਰੀਏਟ ਕਰ ਸਕਦੇ ਹਾਂ, ਠੀਕ ਹੈ ਜੀ। ਦੱਸਿਆ ਏਜ ਨਾਮ ਦਾ ਐਰੇ ਹੈ, ਠੀਕ ਹੈ, ਉਹਦੇ ਨਾਲ ਇੰਡੈਕਸ ਵੈਲਿਊਜ਼ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਲਿੰਕਡ ਲਿਸਟ। ਹੁਣ ਲਿੰਕਡ ਲਿਸਟ ਇਹ ਵੀ ਲੀਨੀਅਰ ਡਾਟਾ ਸਟਰਕਚਰ ਹੈ, ਠੀਕ ਹੈ ਜੀ। ਲੀਨੀਅਰ ਦਾ ਕੀ ਕੰਸੈਪਟ ਹੈ ਕਿ ਕੋਈ ਵੀ ਡਾਟਾ ਐਲੀਮੈਂਟ ਹੈ ਜਿਹੜਾ ਉਹ ਇੱਕ ਸੀਕੁਐਂਸ ਫੋਰਮ ਕਰ ਰਿਹਾ, ਹਰ ਇੱਕ ਡਾਟਾ ਐਲੀਮੈਂਟ ਦਾ, ਹਰ ਇੱਕ ਨੋਡ ਦਾ ਇੱਕ ਪ੍ਰੈਡੀਸੈਸਰ ਹੋਏਗਾ, ਇੱਕ ਸਕਸੈਸਰ ਹੋਏਗਾ। ਪ੍ਰੈਡੀਸੈਸਰ ਮਤਲਬ ਪ੍ਰੀਵੀਅਸ ਐਲੀਮੈਂਟ, ਸਕਸੈਸਰ ਮਤਲਬ ਨੈਕਸਟ ਐਲੀਮੈਂਟ ਹੈ ਜਿਹੜਾ ਆਪਸ 'ਚ ਕਨੈਕਟਡ ਨੇ। ਅਗਰ ਆਪਾਂ ਫਸਟ ਐਲੀਮੈਂਟ 'ਤੇ ਹਾਂ ਤਾਂ ਆਪਾਂ ਨੈਕਸਟ ਐਲੀਮੈਂਟ 'ਤੇ ਵੀ ਜਾ ਸਕਦੇ ਹਾਂ, ਕਲੀਅਰ, ਜਾਂ ਬੈਕ ਆਪਾਂ ਪ੍ਰੀਵੀਅਸ ਐਲੀਮੈਂਟ 'ਤੇ ਵੀ ਜਾ ਸਕਦੇ ਹਾਂ, ਕਲੀਅਰ। ਉਹ ਨੋਡ ਹੈ ਜਿਹੜੀ ਨਾਲ ਉਹ ਆਪਣੇ ਇੱਕ ਪੁਆਇੰਟਰ ਫੀਲਡ ਸਟੋਰ ਕਰੇਗਾ ਜਿਹਦੇ ਵਿੱਚ ਐਡਰੈਸ ਹੋਏਗਾ ਨੈਕਸਟ ਨੋਡ ਦਾ, ਠੀਕ ਹੈ। ਇਹ ਲਿੰਕਡ ਲਿਸਟ ਦਾ ਹੁੰਦਾ। ਬਾਕੀ ਇਹਨਾਂ ਨੂੰ ਆਪਾਂ ਡਿਟੇਲ 'ਚ ਪੜ੍ਹਨਾ। ਉਸ ਤੋਂ ਬਾਅਦ ਸਟੈਕ ਹੈ। ਸਟੈਕ ਡਾਟਾ ਸਟਰਕਚਰ ਹੈ ਜਿਹੜੀ, ਸਟੈਕ ਜਿਵੇਂ ਤੁਸੀਂ ਨੋਰਮਲ ਆਪਣੀ ਲਾਈਫ 'ਚ ਵੀ ਦੇਖਦੇ ਹੋ, ਸਟੈਕ ਆਫ ਟਰੇਜ਼ ਹੈ, ਠੀਕ ਹੈ। ਹੁਣ ਇਹ ਜਿਹੜਾ ਸਟੈਕ ਹੈ ਇਹ ਲਿਫੋ ਅਪਰੋਚ ਨੂੰ ਯੂਜ਼ ਕਰਦਾ ਹੈ, ਮਤਲਬ ਲਾਸਟ ਇਨ ਫਸਟ ਆਊਟ। ਜਿਹੜਾ ਵੀ ਐਲੀਮੈਂਟ ਲਾਸਟ ਵਿੱਚ ਇਨਸਰਟ ਹੋਏਗਾ ਉਹ ਸਭ ਤੋਂ ਪਹਿਲਾਂ ਫੈਚ ਹੋਏਗਾ, ਸਭ ਤੋਂ ਪਹਿਲਾਂ ਰਿਟਰੀਵ ਹੋਏਗਾ, ਕਲੀਅਰ। ਅਗਰ ਆਪਾਂ 10 ਟਰੇਜ਼ ਰੱਖੀਆਂ ਨੇ ਸਟੈਕ ਦੀ ਫੋਰਮ 'ਚ, ਇੱਕ ਦੂਸਰੇ ਦੇ ਉੱਪਰ ਆਪਾਂ ਸਾਰੀਆਂ ਟਰੇਜ਼ ਰੱਖੀਆਂ ਹੋਈਆਂ ਨੇ, ਠੀਕ ਹੈ, ਜੋ ਸਭ ਤੋਂ ਲਾਸਟ 'ਤੇ ਇਨਸਰਟ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਉਹਨੂੰ ਜਿਹੜਾ ਹੈ ਰਿਟਰੀਵ ਕਰਾਂਗੇ, ਠੀਕ ਹੈ। ਇੱਦਾਂ ਨਹੀਂ ਹੋਣਾ ਕਿ ਜਿਹੜੀ ਸਭ ਤੋਂ ਪਹਿਲਾਂ ਸਭ ਤੋਂ ਬੋਟਮ 'ਤੇ ਆਪਾਂ ਉਹਨੂੰ ਫੈਚ ਕਰ ਲਾਂਗੇ, ਇੱਦਾਂ ਨਹੀਂ ਹੋ ਸਕਦਾ, ਠੀਕ ਹੈ। ਇਸੇ ਤਰ੍ਹਾਂ ਹੀ ਡਾਟਾ ਆਪਾਂ ਕੋਈ ਆਪਣੀ ਐਪਲੀਕੇਸ਼ਨ ਹੈ, ਅਗਰ ਉਹ ਸਟੈਕ ਡਾਟਾ ਸਟਰਕਚਰ ਯੂਜ਼ ਕਰ ਰਹੀ ਹੈ, ਠੀਕ ਹੈ, ਅਤੇ ਉੱਥੇ ਕੀ ਹੋਣਾ, ਜਿਹੜਾ ਸਭ ਤੋਂ ਲਾਸਟ 'ਤੇ ਆਪਾਂ ਐਲੀਮੈਂਟ ਇਨਸਰਟ ਕਰਾਂਗੇ ਸਭ ਤੋਂ ਪਹਿਲਾਂ ਉਹ ਫੈਚ ਹੋਏਗਾ, ਕਲੀਅਰ। ਅਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਐਲੀਮੈਂਟ ਇਨਸਰਟ ਕੀਤਾ ਉਹ ਸਭ ਤੋਂ ਬੋਟਮ ਲੈਵਲ 'ਤੇ ਹੋਏਗਾ, ਉਹ ਸਭ ਤੋਂ ਲਾਸਟ 'ਤੇ ਆਪਾਂ ਉਹਨੂੰ ਫੈਚ ਕਰਾਂਗੇ ਜਦੋਂ ਬਾਕੀ ਦੇ ਐਲੀਮੈਂਟਸ ਆਪਾਂ ਫੈਚ ਕਰ ਲਏ, ਕਲੀਅਰ ਹੈ। ਨੈਕਸਟ ਆਪਣੇ ਕੋਲ ਹੈ ਕਿਊ ਡਾਟਾ ਸਟਰਕਚਰ। ਕਿਊ ਤੁਸੀਂ ਦੇਖਦੇ ਹੋ ਜਿਵੇਂ ਇੱਥੇ ਮੈਂ ਡਰਾ ਕਰ ਰਿਹਾ, ਠੀਕ ਹੈ ਜੀ। ਇਹ ਫਰੰਟ ਹੈ ਇਹਦਾ, ਇਹ ਰੇਅਰ ਹੈ। ਹੁਣ ਕਿਊ ਦੇ ਵਿੱਚ ਕੀ ਹੁੰਦਾ ਕਿ ਰੇਅਰ ਤੋਂ ਇਨਸਰਸ਼ਨ ਹੁੰਦੀ ਹੈ, ਰੇਅਰ ਤੋਂ ਇਨਸਰਸ਼ਨ ਹੁੰਦੀ ਹੈ, ਅਤੇ ਫਰੰਟ ਤੋਂ ਜਿਹੜੀ ਡਿਲੀਸ਼ਨ ਹੁੰਦੀ ਹੈ,
मतलब जो भी एलीमेंट आप फैच करांगे आप फ्रंट तो करांगे, तो जो भी नवा एलीमेंट आप इंसर्ट करना है वो आप रेयर तो करांगे। तो क्यू जी है वो फीफो अप्रोच में यूज़ करती है, फर्स्ट इन फर्स्ट आउट। जोड़ा सब तो पहला एलीमेंट इंसर्ट होएगा वो सब तो पहला फैच होएगा, जो सब तो लास्ट ते एलीमेंट इंसर्ट होएगा वो सब तो लास्ट ते ही फैच होएगा। क्लीयर है। उस तो बाद नैक्सट नॉन लीनियर डाटा स्ट्रक्चर है जी, ठीक है। हुण इहदे विच की हुंदा है, हुण इहदे विच की हुंदा है कि कोई भी एक डाटा एलीमेंट है वो कनैक्टेड होएगा विद 2 और अदर एलीमेंट्स, ठीक है। 2 या 2 तो वध एलीमेंट्स के नाल कनैक्ट होएगा। पर लीनियर दे विच की हुंदा है कि एक सीक्वेंस फॉर्म हुंदी है, हर एक एलीमेंट के 2 नेबरस होणगे, ठीक है, प्रेडिसैसर तो एक सक्सैसर। बट नॉन लीनियर के केस दे विच एक एलीमेंट एक नोड है वो 2 या मोर दैन 2 एलीमेंट्स के नाल कनैक्टेड होएगी, ठीक है। ये जो टाइप्स ने वो है ट्री तो ग्राफ। ट्री तुसी देखते हो, ठीक है, जिमें इस तरह ये नोड्स ए फॉर्म दे विच हुंदा ट्री, हायरार्किकल फॉर्म, ठीक है, हायरार्किकल फॉर्म दे विच होएगा, इस तरह डाटा स्टोर होएगा, ठीक है। ए रूट नोड होएगी, ए चाइल्ड नोड्स होणगियां, ठीक है। हुण फरदर चाइल्ड नोड्स दियां भी चाइल्ड नोड्स होणगियां, ठीक है। ए जो चाइल्ड नोड्स ने इन्हां दी पेरेंट नोड किहड़ी हैगी है, ए वाली। क्लीयर। हर एक नोड दे लैफ्ट चाइल्ड तो राइट चाइल्ड होणगे, ठीक है। हो सकता है किसी का राइट होवे लैफ्ट ना होवे, किसी का लैफ्ट चाइल्ड हो नोड होवे राइट ना होवे, इस तरह हो सकता है, ठीक है। यह डिपेंड करता है। उस बाद नैक्सट है ग्राफ। ग्राफ की है रिप्रजेंटेशन ऑफ सैट ऑफ एलीमेंट्स, ठीक है, रिप्रजेंटेड बाय वर्टिसेस। जो भी डाटा एलीमेंट्स होंगे उन्होंने आप वर्टिसेस बोलते हैं, जिमें एक है, ठीक है, ए जा रही है एज फ्रॉम द 1 नोड टू 2nd नोड, ठीक है। हुण यह डायरैक्टेड एज हैगी है क्योंकि ये डायरैक्शन आप दिखाई है, ठीक है। इस तरह कुछ फॉर्म च हो सकता है ग्राफ, ठीक है, इस तरह भी हो सकता है। हुण यह भी नोड बाकी 3 नोड्स नाल कनैक्टेड है, यह भी नोड बाकी 3 नोड्स नाल कनैक्टेड है। हुण देखो भी मोर दैन 2 या मोर दैन 2 नोड्स नाल कनैक्टेड है, बाकी दी हर एक नोड बाकी दी नोड्स नाल कनैक्टेड है क्योंकि एज जा रही है और यह अनडायरैक्टेड एज हैगी है। क्लीयर। हुण ग्राफ डाटा स्ट्रक्चर की इंप्लीमेंटेशन कित्थे है, जिवें रोड मैप्स हुंदे आ, ठीक है, जे आप गूगल मैप भी देखते हैं, आप कोई लोकेशन सर्च कर लें, अपनी लोकेशन तो दूसरी लोकेशन है जी उत्थे एक विच एज बन जाती है, ठीक है। और नैक्सट अपने कोल कुछ ऑपरेशंस ने डाटा स्ट्रक्चर के उपर कि किहड़े ऑपरेशंस आप लगा सकते हैं। फस्ट जिमें ट्रावर्सिंग का मतलब होंदा है कि एटलीस्ट वंस आप हर एक एलीमेंट से विजिट करना, ठीक है, हर एक एलीमेंट नूं प्रोसैस करना। जिमें एग्जाम्पल लई तुसी प्रोग्राम भी कीते होए आ, जिमें सपोज आप एक एरे दे एलीमेंट्स ने जिहड़े उन्हां नूं प्रिंट करना, ठीक है। हुण अगर एरे अपने कोल ए है, फस्ट की होएगा A0, सैकेंड की होएगा A1, थर्ड की होएगा A2, ठीक है, फोर्थ की होएगा A3, इस तरह बाकी के एलीमेंट्स होणगे, ठीक है। तो आप हर एक एलीमेंट से विजिट करना है, उन्होंने आप प्रिंट करना है, प्रोसैस करना है, ठीक है, यह बोलते हैं ट्रावर्सिंग। उस बाद नैक्सट इंसर्शन ऑपरेशन, कोई नवा डाटा जोड़ा आप इंसर्ट करना, ठीक है। डिलीशन, कुछ भी डाटा जोड़ा अपने कोल एग्जिस्टिंग डाटा जो आप उन्होंने डिलीट करना, रिमूव करना है, फिर वो कोई मैथड्स यूज़ होणगे, कोई एल्गोरिथम यूज़ होएगा डिलीशन लई, ठीक है। इंसर्शन लई भी सर्चिंग, रिक्वायर्ड एलीमेंट जोड़ा आप सर्च करना है पूरी लिस्ट चों, ठीक है। टोटल जी अपने को लिस्ट है डाटा स्ट्रक्चर जोड़ा हैगा, ठीक है, आप लोकेशन फाइंड करनी है एलीमेंट की। क्लीयर। सर्च करना है आप। हुण सर्चिंग टैक्नीक्स भी अपने को लीनियर सर्च, बाइनरी सर्च, एल्गोरिदम्स ने, प्रोसीजर्स ने, ठीक है, मैथड्स ने सर्च करन दे। उस बाद नैक्सट है सॉर्टिंग मतलब रीअरेंज करना है किसी डाटा स्ट्रक्चर के एलीमेंट्स नूं,
ठीक है। सॉर्टिंग ਦੀਆਂ ਵੀ ਆਪਣੇ ਕੋਲ ਟੈਕਨੀਕਸ ਨੇ, ਜਿਵੇਂ ਇਨਸਰਸ਼ਨ ਸੋਰਟ ਹੈ, ਸਿਲੈਕਸ਼ਨ ਸੋਰਟ ਹੈ, ਬਬਲ ਸੋਰਟ ਹੈ। ਕਲੀਅਰ। ਨੈਕਸਟ ਹੈ ਮਰਜ ਆਪਰੇਸ਼ਨ। ਹੁਣ ਇਹਦੇ ਵਿੱਚ ਕੀ ਹੁੰਦਾ, ਵੈਨ ਟੂ ਲਿਸਟ A ਲਿਸਟ B of size m and n respectively of similar type of elements clubbed or joined to produce the third list C। ठीक है, दोनों दो लिस्ट ने अपने कोल, ठीक है, तो है सेम टाइप दियां ने, एक दा साइज़ m अज्यूम किया, एक दा साइज़ n अज्यूम किया, तो दोनों नूं आपां मर्ज कर देना है, कंबाइन कर देना है। क्लीयर। तो साइज़ जिहड़ा लिस्ट C थर्ड लिस्ट जिहड़ी आएगी उहदा साइज़ की होगा m+n। ठीक है जी, इत्थों तक क्लीयर। आई होप कि तुहानूं बेसिक जिहड़ा आइडिया डाटा स्ट्रक्चर का, डाटा स्ट्रक्चर दियां जो टाइप्स ने, नीड की है, कुछ एडवांटेजेस की ने, क्लीयर, यूज़ की है डाटा स्ट्रक्चर का, रोल की है, उस तो बाद किहड़े ऑपरेशनस ने जिहड़े आपां परफॉर्म कर सकते हैं, यह क्लीयर होया होना। सो अगर किसी नूं कोई भी डाउट है तुसीं मैनूं दस सकते हो, जां जिहड़ा वीडियो सैशन है इनू दोबारा भी देख सकते हो। ओके स्टूडेंट, थैंक यू फॉर वॉचिंग दी सैशन।